ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। H1B ਵੀਜ਼ਾ ਨਿਯਮ ਬਦਲੇਗਾ। ਅਮਰੀਕਾ ਗ੍ਰੀਨ ਕਾਰਡ ਹਾਸਲ ਕਰਨਾ ਹੋਵੇਗਾ ਸੁਖਾਲਾ। ਭਾਰਤ ਨੇ ਕੈਨੇਡਾ, UK, ਅਮਰੀਕਾ ਕਈ ਦੇਸ਼ਾਂ ਕੋਲ ਵਿਦਿਆਰਥੀ ਵੀਜ਼ੇ ਦੀ ਮਨਜ਼ੂਰੀ ਵਿੱਚ ਦੇਰੀ ਦਾ ਉਠਾਇਆ ਮੁੱਦਾ। ਕੈਨੇਡਾ ਇਮੀਗ੍ਰੇਸ਼ਨ ਵੱਲੋਂ ਵਰਕ ਪਰਮਿਟ ਅੱਗੇ ਵਧਾਉਣ ਲਈ ਵੱਡੇ ਐਲਾਨ। ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਲਈ ਐਕਸਪ੍ਰੈਸ ਐਂਟਰੀ ਡਰਾਅ 6 ਜੁਲਾਈ ਤੋਂ। ਗਰਭਪਾਤ ਦਾ ਅਧਿਕਾਰ ਖਤਮ ਹੁੰਦੇ ਹੀ ਕਈ ਰਾਜਾਂ ਨੇ ਕੀਤਾ ਬੈਨ। ਰਾਸ਼ਟਰਪਤੀ ਬਾਈਡਨ ਨੇ ਦੱਸਿਆ ਖਤਰਨਾਕ ਕਦਮ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਬਹੁਤ ਹੀ ਫਸਵਾਂ ਮੁਕਾਬਲਾ ਵੇਖਣ ਨੂੰ ਮਿਲਿਆ। ਸਿਮਰਨਜੀਤ ਸਿੰਘ ਮਾਨ ਤੇ ਗੁਰਮੀਤ ਸਿੰਘ ਵਿਚਾਲੇ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ। ਆਪ ਦੇ ਗੜ੍ਹ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਸੰਨ ਲਾ ਦਿੱਤੀ ਹੈ ਤੇ 3 ਉਮੀਦਵਾਰਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ। ਪੰਜਾਬ ਦੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਲ ਕੀਤੀ। ਉਹਨਾਂ ਨੇ ਕਰੀਬ 8100 ਵੋਟਾਂ ਦੇ ਫਰਕ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਮਾਤ ਦਿੱਤੀ। ਚੋਣਾਂ ਵਿੱਚ ਜਿੱਤ ਦੇ ਰੁਝਾਨ ਵੇਖਦਿਆਂ ਉਹਨਾਂ ਨੇ ਫੇਸਬੁੱਕ ਤੇ ਧੰਨਵਾਦ ਸੰਗਰੂਰ ਵਾਲਿਓ ਵੀ ਲਿਖਿਆ। ਇਸ ਮਗਰੋਂ ਜੇਤੂ ਐਲਾਨੇ ਜਾਣ ਤੋਂ ਬਾਅਦ ਉਹਨਾਂ ਨੇ ਟਵੀਟ ਕਰਕੇ ਕਿਹਾ, ਮੈਂ ਸੰਗਰੂਰ ਦੇ ਵੋਟਰਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਪਾਰਲੀਮੈਂਟ ਵਿੱਚ ਆਪਣੇ ਨੁਮਾਇੰਦੇ ਵਜੋਂ ਚੁਣਿਆ। ਸੰਗਰੂਰ ਲੋਕ ਸਭਾ ਦੀ ਸੀਟ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਵੀ ਪਹਿਲਾ ਬਿਆਨ ਸਾਹਮਣੇ ਆਇਆ ਸੀ, ਜਿੱਥੇ ਆਪ ਆਗੂ ਮਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਹਾਰ ਜਿੱਤ ਤਾਂ ਸਿਆਸਤ ਦਾ ਹਿੱਸਾ ਨੇ ਅਤੇ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ। ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਸੰਗਰੂਰ ਹਲਕੇ ਦੇ ਲੋਕਾਂ ਵੱਲੋਂ ਦਿੱਤੇ ਗਏ ਫਤਵੇ ਨੂੰ ਅਸੀਂ ਸਵੀਕਾਰ ਕਰਦੇ ਹਾਂ ਤੇ ਹਾਰ ਜਿੱਤ ਦੇ ਕਾਰਨਾਂ ਤੇ ਪਾਰਟੀ ਵੱਲੋਂ ਪੂਰੀ ਤਰ੍ਹਾਂ ਸਮੀਖਿਆ ਕੀਤੀ ਜਾਏਗੀ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਵੀ ਸਿਮਰਨਜੀਤ ਸਿੰਘ ਮਾਨ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਇਸ ਚੋਣਾਂ ਦੇ ਦੌਰਾਨ ਪਹਿਲੇ ਨੰਬਰ ਤੇ ਰਹੇ ਔਰ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਨੇ ਆਪਣੀ ਜਗ੍ਹਾ ਬਣਾਈ, ਜਦਕਿ ਤੀਸਰੇ ਨੰਬਰ ਤੇ ਕਾਂਗਰਸ ਰਹੀ। ਚੌਥੇ ਨੰਬਰ ਭਾਜਪਾ ਨੂੰ ਮਿਲਿਆ ਤੇ ਸ਼੍ਰੋਮਣੀ ਅਕਾਲੀ ਦਲ ਇਸ ਵਾਰ 5ਵੇਂ ਨੰਬਰ ਤੇ ਰਹਿ ਗਿਆ। ਹਾਲਾਂਕਿ ਬਾਕੀ ਪਾਰਟੀਆਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ। ਫਸਵਾਂ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਵੇਖਣ ਨੂੰ ਮਿਲਿਆ। ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਤੋਂ ਬਾਅਦ ਬਹੁਤ ਸਾਰੀਆਂ ਵਧਾਈਆਂ ਦਾ ਸਿਲਸਿਲਾ ਲੱਗ ਗਿਆ। ਵੱਖਰੀਆਂ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਟਵੀਟ ਕੀਤੇ ਗਏ ਔਰ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਵੀ ਵੇਖਣ ਨੂੰ ਮਿਲਿਆ। ਹਾਲਾਂਕਿ ਆਉਣ ਵਾਲੇ ਸਮੇਂ ਦੇ ਦੌਰਾਨ ਸਿਮਰਨਜੀਤ ਸਿੰਘ ਮਾਨ ਤੋਂ ਬਹੁਤ ਸਾਰੀਆਂ ਉਮੀਦਾਂ ਵੱਧ ਚੁੱਕੀਆਂ ਨੇ ਔਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਉਹ ਸੰਗਰੂਰ ਦੇ ਲੋਕਾਂ ਦੀ ਹਰ ਗੱਲ ਪਾਰਲੀਮੈਂਟ ਦੇ ਵਿੱਚ ਪਹੁੰਚਾਉਣਗੇ ਔਰ ਉਹਨਾਂ ਦੇ ਫਤਵੇ ਨੂੰ ਸਵੀਕਾਰ ਕਰਦੇ ਹੋਏ ਉਹਨਾਂ ਦਾ ਧੰਨਵਾਦ ਕਰਦੇ ਨੇ। ਅਮਰੀਕਾ H1B ਵੀਜ਼ਾ ਸਿਸਟਮ ਨੂੰ ਆਧੁਨਿਕ ਬਣਾਉਣ ਦੀ ਪਹਿਲ ਕਰਨ ਜਾ ਰਿਹਾ। ਇਸ ਪਹਿਲ ਸਦਕਾ ਸਟਾਰਟਅਪ ਕੰਪਨੀਆਂ ਬਾਹਰੀ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਆਸਾਨੀ ਨਾਲ ਨੌਕਰੀ ਤੇ ਰੱਖ ਸਕਣਗੀਆਂ। ਇਹੀ ਨਹੀਂ, ਗ੍ਰੀਨ ਕਾਰਡ ਹਾਸਲ ਕਰਨਾ ਵੀ ਹੁਣ ਪਹਿਲਾਂ ਨਾਲੋਂ ਜ਼ਿਆਦਾ ਸੁਖਾਲਾ ਹੋ ਜਾਏਗਾ। ਅਮਰੀਕਾ ਦੇ ਇਸ ਕਦਮ ਦਾ ਸਭ ਤੋਂ ਵੱਧ ਫਾਇਦਾ ਭਾਰਤੀਆਂ ਨੂੰ ਹੋਏਗਾ, ਕਿਉਂਕਿ ਭਾਰਤ ਦੀਆਂ ਕਈ ਕੰਪਨੀਆਂ ਇਸੇ ਵੀਜ਼ੇ ਰਾਹੀਂ ਅਮਰੀਕਾ 'ਚ ਕੰਮ ਕਰਦੀਆਂ ਨੇ। ਦਰਅਸਲ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨੇ H1B ਵੀਜ਼ਾ ਦੇ ਨਿਯਮਾਂ ਵਿੱਚ ਕਈ ਬਦਲਾਅ ਕਰਨ ਦਾ ਪ੍ਰਸਤਾਵ ਰੱਖਿਆ। ਇਹ ਪ੍ਰਸਤਾਵ 2023 ਦੇ ਰੈਗੂਲੇਟਰੀ ਏਜੰਡੇ ਦਾ ਹਿੱਸਾ ਹੈ। ਇਸ ਵਿੱਚ ਦੂਜੇ ਰੈਗੂਲੇਸ਼ਨਸ ਨੂੰ ਵੀ ਸੋਧਣਾ ਸ਼ਾਮਲ ਹੈ, ਜਿਸ ਨਾਲ ਇਹ ਪ੍ਰਕਿਰਿਆ ਹੋਰ ਜ਼ਿਆਦਾ ਸੁਚਾਰੂ ਹੋਏਗੀ ਅਤੇ H1B ਰਜਿਸਟ੍ਰੇਸ਼ਨ ਸਿਸਟਮ ਵਿੱਚ ਧੋਖਾਧੜੀ ਅਤੇ ਦੁਰਵਰਤੋਂ ਦੀਆਂ ਸੰਭਾਵਨਾਵਾਂ ਘੱਟ ਕਰੇਗੀ। ਇਨ੍ਹਾਂ ਪ੍ਰਸਤਾਵਿਤ ਬਦਲਾਅ 'ਚੋਂ ਇੱਕ ਬਦਲਾਅ H1B ਵੀਜ਼ਾ ਅਤੇ ਗ੍ਰੀਨ ਕਾਰਡ ਹੋਲਡਰਸ ਲਈ ਮੌਜੂਦਾ ਤਨਖਾਹਾਂ ਦਰਾਂ ਨੂੰ ਵਧਾਉਣਾ ਦਾ ਵੀ ਹੈ। ਭਾਰਤ ਨੇ ਸ਼ੁੱਕਰਵਾਰ ਨੂੰ ਆਸਟ੍ਰੇਲੀਆ, ਕੈਨੇਡਾ, UK, ਅਮਰੀਕਾ, ਜਰਮਨੀ ਤੇ ਕਈ ਹੋਰ ਦੇਸ਼ਾਂ ਕੋਲ ਵਿਦਿਆਰਥੀਆਂ ਨੂੰ ਵੀਜ਼ੇ ਦੇਣ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਜ਼ੋਰਦਾਰ ਤਰੀਕੇ ਨਾਲ ਉਠਾਇਆ। ਭਾਰਤ ਦੇ ਹਜ਼ਾਰਾਂ ਵਿਦਿਆਰਥੀ ਆਪਣੀ ਪੜ੍ਹਾਈ ਮੁਕੰਮਲ ਕਰਨ ਅਤੇ ਆਫਲਾਈਨ ਪੜ੍ਹਾਈ ਲਈ ਇਨ੍ਹਾਂ ਦੇਸ਼ਾਂ ਵਿੱਚ ਵਾਪਸ ਪਰਤਣਾ ਚਾਹੁੰਦੇ ਨੇ, ਪਰ ਵੀਜ਼ਾ ਪ੍ਰਕਿਰਿਆ ਵਿੱਚ ਬਹੁਤ ਦੇਰੀ ਹੋ ਰਹੀ ਹੈ। ਭਾਰਤ ਨੇ ਇਨ੍ਹਾਂ ਸੰਬੰਧਿਤ ਦੇਸ਼ਾਂ ਕੋਲ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ ਫਾਸਟ ਟਰੈਕ ਤਹਿਤ ਕਰਨ ਲਈ ਜ਼ੋਰਦਾਰ ਮੰਗ ਕੀਤੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਗਾਚੀ ਨੇ ਦੱਸਿਆ ਕਿ ਗੱਲਬਾਤ ਨੂੰ ਉਸਾਰੂ ਤੇ ਹਾਂ ਪੱਖੀ ਹੁੰਗਾਰਾ ਮਿਲਿਆ ਹੈ। ਕੈਨੇਡਾ ਇਮੀਗ੍ਰੇਸ਼ਨ ਨੇ ਵਰਕ ਪਰਮਿਟ ਵਿੱਚ ਵਾਧਾ ਕਰਦੇ ਹੋਏ ਵੱਡਾ ਐਲਾਨ ਕੀਤਾ ਹੈ ਤੇ ਇਸ ਐਲਾਨ ਨਾਲ ਉਹਨਾਂ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਜੋ ਪੜ੍ਹਾਈ ਦੇ ਨਾਲ ਵਰਕ ਪਰਮਿਟ ਤੇ ਕੰਮ ਕਰਦੇ ਸੀ ਪਰ ਉਹਨਾਂ ਦਾ ਵਰਕ ਪਰਮਿਟ ਅੱਗੇ ਵਧਾਇਆ ਨਹੀਂ ਜਾ ਸਕਦਾ ਸੀ ਤੇ ਨਾਲ ਹੀ ਵਰਕ ਪਰਮਿਟ ਤੇ ਆਏ
ਕਾਮਿਆਂ ਨੂੰ ਵੀ ਭਾਰੀ ਰਾਹਤ ਦਿੱਤੀ ਗਈ ਹੈ। ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਇੰਟਰਨੈਸ਼ਨਲ ਵਿਦਿਆਰਥੀਆਂ ਜਿਨ੍ਹਾਂ ਦਾ ਸਤੰਬਰ 2021 ਚ ਵਰਕ ਪਰਮਿਟ ਖਤਮ ਹੋ ਗਿਆ ਸੀ ਤੇ ਉਹਨਾਂ ਲਈ ਇੱਕ ਵੱਡੀ ਮੁਸੀਬਤ ਬਣੀ ਹੋਈ ਸੀ। ਹੁਣ ਸਰਕਾਰ ਨੇ ਉਹਨਾਂ ਦੇ ਵਰਕ ਪਰਮਿਟ ਵਿੱਚ 18 ਮਹੀਨਿਆਂ ਦਾ ਵਾਧਾ ਕਰ ਦਿੱਤਾ, ਜਿਸ ਨਾਲ ਉਹ ਆਪਣੇ ਸਮੇਂ ਮੁਤਾਬਕ PR ਵੀ ਆਸਾਨੀ ਨਾਲ ਪਾ ਸਕਣਗੇ ਤੇ ਨਾਲ ਹੀ ਕੰਮ ਕਰਨ ਲਈ ਵਰਕ ਪਰਮਿਟ ਤੇ ਕੰਮ ਕਰਦੇ ਕਾਮਿਆਂ ਨੂੰ ਹੁਣ ਬਗੈਰ ਕਿਸੇ ਦੇਣ ਤੋਂ 18 ਮਹੀਨੇ ਅੱਗੇ ਹੋਰ ਵਰਕ ਪਰਮਿਟ ਮਿਲ ਜਾਏਗਾ। ਉਹਨਾਂ ਨੇ ਕਿਹਾ ਕਿ ਵਰਕ ਪਰਮਿਟ ਦਾ ਵਾਧਾ ਜੂਨ ਦੇ ਆਖਰੀ ਦਿਨਾਂ 'ਚ ਕੀਤਾ ਜਾਏਗਾ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਆਖਿਆ ਕਿ ਵੀਜ਼ਾ ਅਤੇ ਪੱਕੀ ਇਮੀਗ੍ਰੇਸ਼ਨ ਦੀਆਂ ਮਿਲ ਰਹੀਆਂ ਅਰਜ਼ੀਆਂ ਦਾ ਨਿਪਟਾਰਾ ਤਸੱਲੀਬਖਸ਼ ਤਰੀਕੇ ਨਾਲ ਕੀਤਾ ਜਾ ਰਿਹਾ। ਐਕਸਪ੍ਰੈਸ ਐਂਟਰੀ ਦੇ ਬੰਦ ਪਏ ਡਰਾ ਬਾਰੇ ਉਹਨਾਂ ਨੇ ਆਖਿਆ ਕਿ 6 ਜੁਲਾਈ ਤੋਂ ਸਾਰੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਡਰਾ ਬਹਾਲ ਕਰ ਦਿੱਤੇ ਜਾਣਗੇ। ਇਸ ਵਿੱਚ ਸਕਿਲਡ ਵਰਕਰਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾ ਸ਼ਾਮਲ ਨੇ, ਜੋ ਕ੍ਰਮਵਾਰ ਦਸੰਬਰ 2020 ਅਤੇ ਸਤੰਬਰ 2021 ਤੋਂ ਬੰਦ ਨੇ। ਕੈਨੇਡਾ ਦਾ ਐਕਸਪ੍ਰੈਸ ਐਂਟਰੀ ਸਿਸਟਮ 2015 ਤੋਂ ਚੱਲ ਰਿਹਾ, ਜਿਸ ਵਿੱਚ ਸਕਿਲਡ ਵਰਕਰਸ, ਸਕਿਲਡ ਟ੍ਰੇਡਰ, CEC ਅਤੇ PNP ਪ੍ਰੋਫਾਈਲਸ ਦੇ ਡਰਾ ਕੱਢੇ ਜਾਂਦੇ ਨੇ। EE ਵਿੱਚ ਦੇਸ਼ ਅਤੇ ਵਿਦੇਸ਼ਾਂ ਤੋਂ ਲੋਕ ਮੁੱਖ ਤੌਰ ਤੇ ਆਪਣੀਆਂ ਵਿੱਦਿਆ ਦੇ ਕਿੱਤੇ ਦੇ ਤਜਰਬੇ, ਭਾਸ਼ਾ ਦੇ ਗਿਆਨ ਅਤੇ ਉਮਰ ਦੇ ਆਧਾਰ ਤੇ ਪ੍ਰੋਫਾਈਲਸ ਦਾਖਲ ਕਰਦੇ ਨੇ, ਜਿਨ੍ਹਾਂ ਵਿੱਚੋਂ ਉਹਨਾਂ ਦੇ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰ ਦੇ ਆਧਾਰ ਤੇ ਡਰਾ ਵਿੱਚ ਨਾ ਆਉਣ ਦੀ ਸੰਭਾਵਨਾ ਬਣਦੀ ਹੈ। ਸਮੇਂ ਦੇ ਚਲਦਿਆਂ ਜਿਨ੍ਹਾਂ ਉਮੀਦਵਾਰਾਂ ਦਾ ਡਰਾ ਨਿਕਲਦਾ ਹੈ, ਉਹਨਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਮੰਤਰੀ ਫਰੇਜ਼ਰ ਨੇ ਕਿਹਾ ਕਿ ਡਰਾ ਤੋਂ ਬਾਅਦ ਮਿਲਦੀਆਂ ਅਰਜ਼ੀਆਂ ਦਾ ਨਿਪਟਾਰਾ 6 ਮਹੀਨਿਆਂ ਵਿੱਚ ਕਰ ਦੇਣ ਦਾ ਟੀਚਾ ਅਗਲੇ ਕੁਝ ਮਹੀਨਿਆਂ ਦੌਰਾਨ ਹਾਸਲ ਕਰ ਲਿਆ ਜਾਏਗਾ। ਇਸ ਸਮੇਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲਾ ਕੋਲ ਅਰਜ਼ੀਆਂ ਦੀ ਗਿਣਤੀ ਲਗਭਗ 25 ਲੱਖ ਹੈ, ਜਿਨ੍ਹਾਂ ਦਾ ਨਿਪਟਾਰਾ ਕੀਤਾ ਜਾਣਾ ਹੈ। ਅਮਰੀਕਾ ਦੀ ਸੁਪਰੀਮ ਕੋਰਟ ਵੱਲੋਂ ਗਰਭਪਾਤ ਲਈ ਸੰਵਿਧਾਨਕ ਸੁਰੱਖਿਆ ਨੂੰ ਖਤਮ ਕਰਨ ਤੋਂ ਬਾਅਦ ਜਿੱਥੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ ਹੈ, ਉੱਥੇ ਅਦਾਲਤ ਦੇ ਇਸ ਫੈਸਲੇ ਤੋਂ ਤੁਰੰਤ ਬਾਅਦ ਰਿਪਬਲਿਕਨ ਸ਼ਾਸਤ ਅਮਰੀਕੀ ਰਾਜਾਂ ਨੇ ਗਰਭਪਾਤ ਤੇ ਪਾਬੰਦੀ ਲਗਾ ਦਿੱਤੀ ਹੈ। ਰਾਸ਼ਟਰਪਤੀ ਬਾਈਡਨ ਨੇ ਕਾਨੂੰਨ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਸਾਨੂੰ ਸਥਾਨਕ ਪੱਧਰ ਤੇ ਇਸ ਅਧਿਕਾਰ ਦੀ ਰੱਖਿਆ ਲਈ ਹੋਰ ਰਾਜਨੇਤਾਵਾਂ ਨੂੰ ਚੁਣਨ ਦੀ ਜ਼ਰੂਰਤ ਹੈ। ਸਾਨੂੰ ਰੌ ਦੀ ਸੁਰੱਖਿਆ ਨੂੰ ਜ਼ਮੀਨ ਦੇ ਕਾਨੂੰਨ ਵਜੋਂ ਬਹਾਲ ਕਰਨ ਦੀ ਲੋੜ ਹੈ। ਬਾਈਡਨ ਨੇ ਚੇਤਾਵਨੀ ਦਿੱਤੀ ਹੈ ਕਿ ਗਰਭਪਾਤ ਤੇ ਲਿਆ ਗਿਆ ਇਹ ਫੈਸਲਾ ਗਰਭ ਨਿਰੋਧ ਸਮਲਿੰਗ ਵਿਆਹ ਦੇ ਅਧਿਕਾਰ ਨੂੰ ਕਮਜ਼ੋਰ ਕਰ ਸਕਦਾ ਹੈ। ਇੱਕ ਖਤਰਨਾਕ ਰਸਤਾ ਹੈ। ਰਾਸ਼ਟਰਪਤੀ ਜੋ ਬਾਈਡਨ ਨੇ ਉਹਨਾਂ ਰਾਜਾਂ ਵਿੱਚ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਆਪਣੀ ਸਮਰੱਥਾ ਅਨੁਸਾਰ ਕੰਮ ਕਰਨ ਦਾ ਵਾਅਦਾ ਕੀਤਾ, ਜਿੱਥੇ ਉਹ ਗਰਭਪਾਤ ਕਾਨੂੰਨਾਂ ਦੁਆਰਾ ਪ੍ਰਭਾਵਿਤ ਨੇ। ਉਹਨਾਂ ਨੇ ਕਿਹਾ ਕਿ ਉਹ ਉਹਨਾਂ ਰਾਜਾਂ ਵਿੱਚ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਉਹ ਸਭ ਕੁਝ ਕਰੇਗਾ ਜਿੱਥੇ ਔਰਤਾਂ ਨੂੰ ਗਰਭਪਾਤ ਦੇ ਫੈਸਲਿਆਂ ਦੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੋ ਬਾਈਡਨ ਨੇ ਅੱਗੇ ਕਿਹਾ ਕਿ ਅਮਰੀਕਾ ਲਈ ਬਹੁਤ ਮਹੱਤਵਪੂਰਨ ਤੇ ਅਜੀਬ ਪਲ ਹੈ। ਸੁਪਰੀਮ ਕੋਰਟ ਨੇ ਸਪਸ਼ਟ ਤੌਰ ਤੇ ਅਮਰੀਕੀ ਲੋਕਾਂ ਤੋਂ ਸੰਵਿਧਾਨਕ ਅਧਿਕਾਰ ਖੋਹ ਲਿਆ, ਜਿਸ ਨੂੰ ਇਸਨੇ ਪਹਿਲਾਂ ਹੀ ਮਾਨਤਾ ਦਿੱਤੀ ਸੀ। ਅਮਰੀਕੀਆਂ ਲਈ ਇੰਨੇ ਮਹੱਤਵਪੂਰਨ ਅਧਿਕਾਰ ਲਈ ਅਜਿਹਾ ਪਹਿਲਾਂ ਕਦੇ ਨਹੀਂ ਕੀਤਾ ਗਿਆ ਸੀ। ਅਮਰੀਕਾ ਦੀ ਸੁਪਰੀਮ ਕੋਰਟ ਵੱਲੋਂ ਔਰਤਾਂ ਦੇ ਗਰਭਪਾਤ ਦੇ ਸੰਵਿਧਾਨਕ ਅਧਿਕਾਰ ਨੂੰ ਪਲਟਣ ਸੰਬੰਧੀ ਫੈਸਲੇ ਕਾਰਨ ਦੁਨੀਆ ਭਰ ਵਿੱਚ ਨਵੀਂ ਚਰਚਾ ਛਿੜ ਗਈ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਧਿਆਨ ਵਿੱਚ ਰੱਖਦਿਆਂ ਉਹ ਸੂਬਿਆਂ ਨੂੰ ਮੈਡੀਕਲ ਗਰਭਪਾਤ ਵਾਸਤੇ ਗੋਲੀ ਦੀ ਵਰਤੋਂ ਤੇ ਪਾਬੰਦੀ ਲਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰਨਗੇ। ਪ੍ਰਸ਼ਾਸਨ ਨੇ ਮੈਡੀਕਲ ਗਰਭਪਾਤ ਲਈ ਵੱਡੀ ਕਾਨੂੰਨੀ ਲੜਾਈ ਲੜਨ ਦੇ ਸੰਕੇਤ ਦਿੱਤੇ ਨੇ। ਦਰਜਨ ਤੋਂ ਵੱਧ ਸੂਬਿਆਂ ਵੱਲੋਂ ਗਰਭਪਾਤ ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੀ ਯੋਜਨਾ ਹੈ। ਬਾਈਡਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਗਰਭਪਾਤ ਅਧਿਕਾਰ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰੇਗੀ। ਉਹਨਾਂ ਨੇ ਕਿਹਾ ਕਿ ਇਸ ਤੇ ਪਾਬੰਦੀ ਲਾਉਣ ਦੀ ਕੋਸ਼ਿਸ਼ ਗਲਤ ਹੋਏਗੀ। ਸੁਪਰੀਮ ਕੋਰਟ ਵੱਲੋਂ ਗਰਭਪਾਤ ਸੰਬੰਧੀ ਦਿੱਤੇ ਫੈਸਲੇ ਨਾਲ ਲੋਕਾਂ 'ਚ ਪੈਦਾ ਹੋਈ ਬੇਚੈਨੀ ਦਾ ਡੈਮੋਕ੍ਰੈਟਿਕ ਨੇਤਾਵਾਂ ਨੂੰ ਫਾਇਦਾ ਮਿਲ ਸਕਦਾ ਹੈ। ਫਰਾਂਸ ਦੇ 2 ਸੰਸਦ ਮੈਂਬਰਾਂ ਨੇ ਕਿਹਾ ਕਿ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਦੀ ਪਾਰਟੀ ਨਾਲ ਸੰਬੰਧਿਤ ਸੰਸਦ ਮੈਂਬਰਾਂ ਦਾ ਇੱਕ ਗਰੁੱਪ ਗਰਭਪਾਤ ਦੇ ਅਧਿਕਾਰ ਨੂੰ ਦੇਸ਼ ਦੇ ਸੰਵਿਧਾਨ ਵਿੱਚ ਸ਼ਾਮਲ ਕਰਨ ਲਈ ਬਿੱਲ ਲਿਆਉਣ ਦਾ ਪ੍ਰਸਤਾਵ ਪੇਸ਼ ਕਰੇਗਾ। ਇਸ ਨਾਲ ਸਵੈ ਇੱਛਾ ਨਾਲ ਗਰਭਪਾਤ ਕਰਵਾਉਣ ਦੇ ਅਧਿਕਾਰ ਤੋਂ ਵਾਂਝਿਆ ਕਰਨ ਨੂੰ ਅਸੰਭਵ ਬਣਾ ਦਿੱਤਾ ਜਾਏਗਾ। ਅਮਰੀਕਾ 'ਚ ਆਰਮੀ ਨੈਸ਼ਨਲ ਗਾਰਡ ਦੇ ਕਰੀਬ 40,000 ਫੌਜੀਆਂ ਨੇ ਕਰੋਨਾ ਦੇ ਬਚਾਅ ਲਈ ਵੀਰਵਾਰ ਨੂੰ ਤੈਅ ਅੰਤਿਮ ਸਮੇਂ ਸੀਮਾ ਤੱਕ ਜ਼ਰੂਰੀ ਰੂਪ ਨਾਲ ਟੀਕਾ ਲਵਾਉਣ ਦੀ ਸ਼ਰਤ ਨੂੰ ਪੂਰਾ ਨਹੀਂ ਕੀਤਾ, ਜਦਕਿ 14,000 ਫੌਜੀਆਂ ਨੇ ਟੀਕਾ ਲਵਾਉਣ ਤੋਂ ਸਾਫ਼ ਤੌਰ ਤੇ ਇਨਕਾਰ ਕੀਤਾ ਹੈ, ਜਿਸ ਕਾਰਨ ਉਨ੍ਹਾਂ ਤੇ ਬਰਖਾਸਤੀ ਦਾ ਖਤਰਾ ਮੰਡਰਾ ਰਿਹਾ। ਅਮਰੀਕਾ ਦੇ ਆਰਮੀ ਨੈਸ਼ਨਲ ਗਾਰਡ ਵਿੱਚ ਟੀਕਾ ਨਾ ਲਵਾਉਣ ਵਾਲੇ 40,000 ਫੌਜੀ ਕੁੱਲ ਫੌਜੀਆਂ ਦੇ 13% ਨੇ। ਐਸੋਸੀਏਟਿਡ ਪ੍ਰੈਸ ਮਿਲੇ ਅੰਕੜਿਆਂ ਮੁਤਾਬਕ 6 ਸੂਬੇ ਅਜਿਹੇ ਨੇ ਜਿੱਥੇ
20 ਤੋਂ 30% ਫੌਜੀਆਂ ਨੇ ਟੀਕਾਕਰਨ ਨਹੀਂ ਕਰਵਾਇਆ, ਜਦਕਿ 43 ਸੂਬਿਆਂ 'ਚ ਅਜਿਹੇ ਫੌਜੀਆਂ ਦੀ ਗਿਣਤੀ 10% ਤੋਂ ਜ਼ਿਆਦਾ ਹੈ। ਗਾਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਸਮੇਂ ਤੇ ਟੀਕਾ ਲਗਵਾਉਣ ਲਈ ਫੌਜੀਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੇ ਦੱਸਿਆ ਕਿ ਕਰੀਬ 7000 ਫੌਜੀਆਂ ਨੇ ਟੀਕਾਕਰਨ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ, ਜਿਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹਨਾਂ 'ਚੋਂ ਲਗਭਗ ਸਾਰਿਆਂ ਨੇ ਧਾਰਮਿਕ ਕਾਰਨਾਂ ਕਰਕੇ ਟੀਕਾਕਰਨ ਤੋਂ ਇਨਕਾਰ ਕੀਤਾ। ਆਰਮੀ ਨੈਸ਼ਨਲ ਗਾਰਡ ਦੇ ਲੈਫਟੀਨੈਂਟ ਜਨਰਲ ਜੌਨ ਜੈਨਸਨ ਨੇ ਏਪੀ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਅਸੀਂ ਉਹ ਸਾਰਾ ਕੁਝ ਕਰ ਰਹੇ ਹਾਂ ਜਿਸ ਨਾਲ ਸਾਰੇ ਫੌਜੀਆਂ ਨੂੰ ਟੀਕਾ ਲਵਾਉਣ ਅਤੇ ਆਪਣਾ ਫੌਜੀ ਕਰੀਅਰ ਜਾਰੀ ਰੱਖਣ ਦਾ ਮੌਕਾ ਮਿਲੇ। ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਕੋਸ਼ਿਸ਼ ਉਸ ਸਮੇਂ ਤੱਕ ਨਹੀਂ ਛੱਡ ਰਹੇ ਜਦ ਤੱਕ ਵੀ ਵੱਖ ਹੋਣ ਦੀ ਕਾਗਜ਼ੀ ਕਾਰਵਾਈ ਪੂਰੀ ਨਹੀਂ ਹੋ ਜਾਂਦੀ। ਸ਼ਿਕਾਗੋ ਵਿੱਚ ਵਾਹਨਾਂ ਦੇ ਅੰਦਰ ਲੱਗਣ ਵਾਲੇ ਉਤਪਾਦਾਂ ਦੇ ਗੋਦਾਮ ਵਿੱਚ ਸ਼ਨੀਵਾਰ ਨੂੰ ਗੋਲੀਬਾਰੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਬਲਿੰਗਮਬਰੂਕ ਪੁਲਿਸ ਨੂੰ ਵੇਡਰੇਕ ਗੋਦਾਮ ਵਿੱਚ ਗੋਲੀਬਾਰੀ ਦੇ ਬਾਰੇ 'ਚ ਸਵੇਰੇ ਕਰੀਬ 6:25 ਤੇ ਸੂਚਨਾ ਮਿਲੀ। ਸ਼ੱਕੀ ਹਮਲਾਵਰ ਇਮਾਰਤ ਤੋਂ ਭੱਜ ਗਿਆ, ਪਰ ਉਸ ਨੂੰ ਸਵੇਰੇ ਕਰੀਬ 9:30 ਵਜੇ ਦੇ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ ਅਤੇ ਇੱਕ ਹੋਰ ਵਿਅਕਤੀ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਮਹਾਮਾਰੀ ਦੌਰਾਨ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਉਪਲਬਧ ਕਰਵਾਇਆ ਜਾਣ ਵਾਲਾ ਮੁਫਤ ਭੋਜਨ ਇਸ ਸਾਲ ਗਰਮੀ ਵਿੱਚ ਵੀ ਜਾਰੀ ਰੱਖਣ ਸੰਬੰਧੀ ਇੱਕ ਬਿੱਲ ਸ਼ੁੱਕਰਵਾਰ ਨੂੰ ਅਮਰੀਕੀ ਸੰਸਦ ਵਿੱਚ ਪਾਸ ਕੀਤਾ ਗਿਆ। ਵਾਈਟ ਹਾਊਸ ਵਿੱਚ ਕੀਪ ਕਿਡਜ਼ ਫੀਡ ਬਿੱਲ 30 ਜੂਨ ਨੂੰ ਖਤਮ ਹੋਣ ਵਾਲੇ ਬੱਚਿਆਂ ਦੇ ਪੋਸ਼ਣ ਪ੍ਰੋਗਰਾਮਾਂ ਦੇ ਨਿਯਮਾਂ ਵਿੱਚ ਬਦਲਾਅ ਕੀਤੇ ਜਾਣ ਤੋਂ ਪਹਿਲਾਂ ਪਾਸ ਕੀਤਾ ਗਿਆ। ਹਾਊਸ ਆਫ ਰਿਪਰੈਜ਼ੈਂਟੇਟਿਵ ਦੀ ਸਪੀਕਰ ਨੈਂਸੀ ਪੈਲੋਸੀ ਨੇ ਇੱਕ ਬਿਆਨ ਵਿੱਚ ਕਿਹਾ, ਸਾਡੇ ਇਸ ਕਦਮ ਨਾਲ ਗਰਮੀਆਂ ਦੇ ਮੌਸਮ ਵਿੱਚ ਸਾਰੇ ਬੱਚਿਆਂ ਲਈ ਯੂਨੀਵਰਸਲ ਮੁਫਤ ਭੋਜਨ ਯਕੀਨੀ ਕਰਨ, ਸਕੂਲਾਂ ਨੂੰ ਸਪਲਾਈ ਚੇਨ ਬਰਕਰਾਰ ਰੱਖਣ ਵਿੱਚ ਮਦਦ ਕਰਨਾ ਸ਼ਾਮਲ ਹੈ। ਬਿੱਲ ਰਾਸ਼ਟਰਪਤੀ ਜੋ ਬਾਈਡਨ ਕੋਲ ਉਹਨਾਂ ਦੇ ਦਸਤਖਤ ਲਈ ਭੇਜਿਆ ਗਿਆ। ਇਸ ਬਿੱਲ ਦਾ ਉਦੇਸ਼ ਉਹਨਾਂ ਨਿਯਮਾਂ ਦਾ ਵਿਸਤਾਰ ਕਰਨਾ ਹੈ ਜਿਨ੍ਹਾਂ ਨੂੰ ਦੇਸ਼ ਭਰ ਵਿੱਚ ਕੋਵਿਡ-19 ਦੀ ਸ਼ੁਰੂਆਤ ਤੋਂ ਬਾਅਦ ਅਪਣਾਇਆ ਗਿਆ ਸੀ, ਤਾਂ ਜੋ ਗਰਮੀਆਂ ਵਿੱਚ ਭੋਜਨ ਵੰਡਣ ਵਾਲੇ ਸਥਾਨ ਲੋੜ ਅਨੁਸਾਰ ਕਿਸੇ ਵੀ ਭਾਈਚਾਰੇ ਵਿੱਚ ਕੰਮ ਕਰ ਸਕਣ। ਜ਼ਿਕਰਯੋਗ ਹੈ ਕਿ ਸਾਰੇ ਵਿਦਿਆਰਥੀਆਂ ਨੂੰ ਮੁਫਤ ਸਕੂਲੀ ਖਾਣਾ ਮੁਹੱਈਆ ਕਰਵਾਉਣ ਵਾਲੇ ਨਿਯਮ ਅਗਲੇ ਅਕਾਦਮਿਕ ਸਾਲ ਤੋਂ ਪਹਿਲਾਂ ਖਤਮ ਹੋ ਜਾਣੇ ਸਨ। ਤਾਇਵਾਨ ਤੋਂ ਇੱਕ ਅਮਰੀਕੀ ਸਮੁੰਦਰੀ ਜਹਾਜ਼ ਦੇ ਉਡਾਣ ਭਰਨ ਤੋਂ ਬੁਖਲਾਏ ਚੀਨ ਨੇ ਕਿਹਾ ਕਿ ਇਸ ਨਾਲ ਖੇਤਰੀ ਸਥਿਤੀ 'ਚ ਵਿਘਨ ਪੈਦਾ ਹੋਇਆ ਹੈ ਤੇ ਇਸ ਨਾਲ ਸ਼ਾਂਤੀ ਤੇ ਸਥਿਰਤਾ ਖਤਰੇ 'ਚ ਪੈ ਗਈ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਦੇ ਈਸਟਰਨ ਥੀਏਟਰ ਕਮਾਂਡ ਦੇ ਬੁਲਾਰੇ ਕਰਨਲ ਸ਼ੀ ਜੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਫੌਜ ਨੇ ਸ਼ੁੱਕਰਵਾਰ ਨੂੰ ਅਮਰੀਕੀ ਜਹਾਜ਼ਾਂ ਦੇ ਸੰਚਾਲਨ ਦੀ ਨਿਗਰਾਨੀ ਲਈ ਹਵਾਈ ਤੇ ਜ਼ਮੀਨੀ ਬਲਾਂ ਦਾ ਆਯੋਜਨ ਕੀਤਾ ਸੀ। ਕਰਨਲ ਸ਼ੀ ਜੀ ਨੇ ਕਿਹਾ ਕਿ ਉਹਨਾਂ ਨੇ ਅਮਰੀਕਾ ਦੀ ਕਾਰਵਾਈ ਦਾ ਸਖਤ ਵਿਰੋਧ ਕੀਤਾ। ਉਹਨਾਂ ਦੀ ਫੌਜ ਅਲਰਟ ਮੋਡ ਤੇ ਹੈ। ਦੱਸਦੇ ਕਿ ਤਾਇਵਾਨ ਨੂੰ ਲੈ ਕੇ ਅਮਰੀਕਾ ਤੇ ਚੀਨ 'ਚ ਤਣਾਅ ਜਾਰੀ ਹੈ। ਜਾਪਾਨ ਵਿੱਚ ਹੋਈ ਕਵਾਡ ਮੈਂਬਰਾਂ ਦੀ ਬੈਠਕ 'ਚ ਵੀ ਅਮਰੀਕਾ ਨੇ ਚੀਨ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਤਾਇਵਾਨ ਤੇ ਕਿਸੇ ਤਰ੍ਹਾਂ ਫੌਜੀ ਕਾਰਵਾਈ ਕਰਦਾ ਹੈ ਤਾਂ ਉਸ ਦਾ ਜਵਾਬ ਦੇਣ ਵਿੱਚ ਅਮਰੀਕਾ ਪਿੱਛੇ ਨਹੀਂ ਰਹੇਗਾ। ਕੈਨੇਡਾ ਦੇ ਓਨਟਾਰੀਓ ਸੂਬੇ ਦੀ ਨਵੀਂ 30 ਮੈਂਬਰੀ ਕੈਬਨਿਟ ਵਿੱਚ ਸ਼ੁੱਕਰਵਾਰ ਨੂੰ 2 ਪੰਜਾਬੀਆਂ ਨੇ ਮੰਤਰੀ ਵਜੋਂ ਸਹੁੰ ਚੁੱਕੀ। 48 ਸਾਲਾ ਪਰਮ ਗਿੱਲ ਜੋ ਆਊਟਰੋਇੰਗ ਕੈਬਨਿਟ ਵਿੱਚ ਨਾਗਰਿਕਤਾ ਤੇ ਬਹੁ ਸੱਭਿਆਚਾਰਕ ਬਾਰੇ ਮੰਤਰੀ ਸਨ ਨੇ ਰੈਡ ਟੇਪ ਰਿਡਕਸ਼ਨ ਮੰਤਰੀ ਵਜੋਂ ਸਹੁੰ ਚੁੱਕੀ। ਗਿੱਲ ਟੋਰਾਂਟੋ ਦੇ ਬਾਹਰੀ ਇਲਾਕੇ ਮਿਲਟਨ ਤੋਂ ਮੁੜ ਚੁਣੇ ਗਏ ਨੇ। ਉਹਨਾਂ ਦਾ ਪਰਿਵਾਰ ਪੰਜਾਬ ਦੇ ਮੋਗਾ ਨਾਲ ਸੰਬੰਧਿਤ ਹੈ। 31 ਸਾਲਾ ਪ੍ਰਭਮੀਤ ਸਰਕਾਰੀਆ ਜੋ 4 ਸਾਲ ਪਹਿਲਾਂ ਓਨਟਾਰੀਓ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਕੈਬਨਿਟ ਮੰਤਰੀ ਬਣੇ ਸਨ ਅਤੇ ਆਊਟਗੋਇੰਗ ਕੈਬਨਿਟ ਵਿੱਚ ਖਜ਼ਾਨਾ ਬੋਰਡ ਦੇ ਪ੍ਰਧਾਨ ਸਨ ਨੇ ਮੁੜ ਉਸੇ ਅਹੁਦੇ ਲਈ ਸਹੁੰ ਚੁੱਕੀ। ਸਰਕਾਰੀਆ ਨੇ ਬ੍ਰੈਂਪਟਨ ਸਾਊਥ ਤੋਂ ਆਪਣੀ ਸੀਟ ਬਰਕਰਾਰ ਰੱਖੀ ਹੈ। ਉਹਨਾਂ ਦਾ ਪਰਿਵਾਰ 1980 ਦੇ ਦਹਾਕੇ ਵਿੱਚ ਅੰਮ੍ਰਿਤਸਰ ਤੋਂ ਕੈਨੇਡਾ ਗਿਆ ਸੀ। ਨੀਨਾ ਟਾਂਗਰੀ ਜੋ ਸਮਾਲ ਬਿਜ਼ਨਸ ਅਤੇ ਰੈਡ ਟੇਪ ਰਿਡਕਸ਼ਨ ਦੀ ਸਹਿਯੋਗੀ ਮੰਤਰੀ ਸੀ ਨੂੰ ਇਸ ਵਾਰ ਪ੍ਰੀਮੀਅਰ ਡਗ ਫੋਰਡ ਦੇ ਨਵੇਂ ਮੰਤਰਾਲਾ ਵਿੱਚ ਜਗ੍ਹਾ ਨਹੀਂ ਮਿਲੀ। ਦੱਸਦੇ ਕਿ 2 ਜੂਨ ਨੂੰ ਹੋਈਆਂ ਓਨਟਾਰੀਓ ਸੂਬਾਈ ਚੋਣਾਂ ਵਿੱਚ 6 ਪੰਜਾਬੀਆਂ ਨੇ ਜਿੱਤ ਹਾਸਲ ਕੀਤੀ। ਸਾਰੇ ਜੇਤੂ ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨਾਲ ਸੰਬੰਧਿਤ ਸਨ, ਜਿਸ ਨੇ 124 ਮੈਂਬਰੀ ਸੂਬਾਈ ਅਸੈਂਬਲੀ ਵਿੱਚ 83 ਸੀਟਾਂ ਜਿੱਤ ਕੇ ਆਪਣਾ ਬਹੁਮਤ ਬਰਕਰਾਰ ਰੱਖਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨੀਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਗਰਭਪਾਤ ਦੇ ਸੰਵਿਧਾਨਕ ਅਧਿਕਾਰ ਨੂੰ ਖਤਮ ਕਰਨ ਦੇ ਅਮਰੀਕੀ ਸੁਪਰੀਮ ਕੋਰਟ ਦੇ ਫੈਸਲੇ ਨਾਲ ਹੋਰ ਅਧਿਕਾਰੀਆਂ ਦੀ ਉਲੰਘਣਾ ਹੋ ਸਕਦੀ ਹੈ। ਟਰੂਡੋ ਨੇ ਸੰਕੇਤ ਦਿੱਤਾ ਕਿ ਉਹਨਾਂ ਦਾ ਦੇਸ਼ ਕੈਨੇਡਾ ਵਿੱਚ ਅਮਰੀਕੀਆਂ ਨੂੰ ਗਰਭਪਾਤ ਕਰਵਾਉਣ ਦੀ ਆਗਿਆ ਦਿੰਦਾ ਰਹੇਗਾ। ਟਰੂਡੋ ਨੇ ਅਮਰੀਕੀ ਅਦਾਲਤ ਦੇ ਫੈਸਲੇ ਨੂੰ ਡਰਾਉਣ ਵਾਲਾ ਕਰਾਰ ਦਿੱਤਾ ਤੇ ਚਿੰਤਾ ਜ਼ਾਹਿਰ ਕੀਤੀ ਕਿ ਇਹ ਫੈਸਲਾ ਕਿਸੇ ਦਿਨ ਸਮਲਿੰਗੀ ਰਿਸ਼ਤਿਆਂ ਨੂੰ ਦਿੱਤੀ ਗਈ ਕਾਨੂੰਨੀ ਮਾਨਤਾ ਨੂੰ ਵਾਪਸ ਲੈਣ ਦਾ ਕਾਰਨ ਬਣ ਸਕਦਾ ਹੈ, ਜਿਸ ਵਿੱਚ ਸਮਲਿੰਗੀ ਜੋੜਿਆਂ ਨੂੰ ਦਿੱਤਾ ਗਿਆ ਵਿਆਹ ਦਾ ਅਧਿਕਾਰ ਵੀ ਸ਼ਾਮਲ ਹੈ। ਰਾਸ਼ਟਰਮੰਡਲ ਸਰਕਾਰਾਂ ਦੇ ਮੁਖੀਆਂ ਦੀ ਮੀਟਿੰਗ ਤੋਂ ਬਾਅਦ ਟਰੂਡੋ ਨੇ ਰਵਾਂਡਾ ਦੇ ਕਿਗਾਲੇ ਵਿੱਚ ਇੱਕ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਨਾ ਕੇਵਲ ਬਹੁਤ ਡਰਾਉਣਾ ਹੈ, ਸਗੋਂ ਇਹ ਬਹੁਤ ਸਾਰੀਆਂ
ਔਰਤਾਂ ਦੇ ਦਿਲ ਤੋੜ ਦੇਣ ਵਾਲਾ ਸਮਾਂ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚ ਪੀੜ੍ਹੀ ਦਰ ਪੀੜ੍ਹੀ ਔਰਤਾਂ ਨੇ ਆਪਣੇ ਅਧਿਕਾਰਾਂ ਲਈ ਲੜਾਈ ਲੜੀ ਹੈ ਕਿ ਕੇਵਲ ਇਸ ਦਿਨ ਨੂੰ ਦੇਖਣ ਲਈ ਕੀ ਸਿਰਫ ਇਸ ਚਿੰਤਾ ਵਿੱਚ ਜਿਉਣ ਲਈ ਅੱਗੇ ਉਹਨਾਂ ਦੇ ਕਿਹੜੇ ਅਧਿਕਾਰ ਵਾਪਸ ਲਏ ਜਾ ਸਕਦੇ ਨੇ। ਟਰੂਡੋ ਨੇ ਕਿਹਾ ਕਿ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਜਦੋਂ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਕਿਸੇ ਵੀ ਚੀਜ਼ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਚੌਕਸ ਰਹੋ ਅਤੇ ਹਮੇਸ਼ਾ ਔਰਤਾਂ ਦੇ ਅਧਿਕਾਰਾਂ, ਸਮਲਿੰਗੀ ਲੋਕਾਂ ਦੇ ਅਧਿਕਾਰਾਂ, ਵਾਂਝੇ ਅਤੇ ਹਾਸ਼ੀਏ ਤੇ ਪਏ ਲੋਕਾਂ ਦੇ ਹੱਕਾਂ ਲਈ ਇਕਜੁੱਟ ਹੋਣ ਦੀ ਲੋੜ ਹੈ। ਇਹ ਪੁੱਛੇ ਜਾਣ ਤੇ ਕਿ ਉਹਨਾਂ ਦੀ ਸਰਕਾਰ ਕੈਨੇਡਾ ਵਿੱਚ ਗਰਭਪਾਤ ਦੀ ਆਗਿਆ ਲੈਣ ਵਾਲੀਆਂ ਅਮਰੀਕੀ ਔਰਤਾਂ ਦੀ ਮਦਦ ਕਰੇਗੀ, ਟਰੂਡੋ ਨੇ ਸਿੱਧੇ ਤੌਰ ਤੇ ਕੋਈ ਜਵਾਬ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਕੈਨੇਡਾ ਵਿੱਚ ਹੋਰ ਰੋਜ਼ ਬਹੁਤ ਸਾਰੇ ਅਮਰੀਕੀ ਆਉਂਦੇ ਨੇ। ਉਹ ਕੈਨੇਡਾ ਵਿੱਚ ਸਾਡੀ ਸਿਹਤ ਸੰਭਾਲ ਪ੍ਰਣਾਲੀ ਦੀ ਵਰਤੋਂ ਕਰਦੇ ਨੇ। ਇਹ ਯਕੀਨੀ ਤੌਰ ਤੇ ਕੁਝ ਅਜਿਹਾ ਹੈ ਜੋ ਜਾਰੀ ਰਹੇਗਾ। ਕੈਨੇਡਾ ਵਿੱਚ ਰੀਅਲ ਅਸਟੇਟ ਦੀਆਂ ਕੀਮਤਾਂ ਕਾਬੂ ਹੇਠ ਰੱਖਣ ਲਈ ਆਉਂਦੇ 8 ਸਾਲ ਦੌਰਾਨ 58 ਲੱਖ ਨਵੇਂ ਮਕਾਨਾਂ ਦੀ ਉਸਾਰੀ ਕਰਨੀ ਹੋਏਗੀ, ਪਰ ਇਸ ਅੰਕੜੇ ਤੱਕ ਪਹੁੰਚਣਾ ਸੌਖਾ ਨਹੀਂ ਕਿਉਂਕਿ ਮੌਜੂਦਾ ਰਫ਼ਤਾਰ ਨਾਲ ਘਰਾਂ ਦੀ ਉਸਾਰੀ ਹੋਈ ਤਾਂ ਕੇਵਲ 23 ਲੱਖ ਇਕਾਈਆਂ ਹੀ ਹੋਂਦ ਵਿੱਚ ਆ ਸਕਣਗੀਆਂ। ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੀ ਗਿਣਤੀ ਮੁਤਾਬਕ ਸਭ ਤੋਂ ਜ਼ਿਆਦਾ ਮਕਾਨ ontario ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਲੋੜੀਂਦੇ ਨੇ। ਆਰਥਿਕ ਮਾਰਾਂ ਮੁਤਾਬਕ 35 ਲੱਖ ਵਾਧੂ ਮਕਾਨਾਂ ਦੀ ਉਸਾਰੀ ਸਰਕਾਰਾਂ ਦੇ ਵਾਸਤੇ ਕੱਲ ਨਹੀਂ ਹੈ ਤੇ ਸੰਭਾਵਤ ਤੌਰ ਤੇ ਲੋਕਾਂ ਨੂੰ ਮਹਿੰਗੇ ਮਕਾਨ ਖਰੀਦਣੇ ਜਾਂ ਮੋਟਾ ਕਿਰਾਇਆ ਦੇਣ ਲਈ ਮਜਬੂਰ ਹੋਣਾ ਪਏਗਾ। BMO ਦੇ ਇਕਨੋਮਿਸਟ ਰਾਬਰਟ ਕੈਵਿਚ ਨੇ ਕਿਹਾ ਕਿ ਬੇਰੁਜ਼ਗਾਰੀ ਦਰ ਲਗਾਤਾਰ ਘਟਦੀ ਜਾ ਰਹੀ ਹੈ ਜਦਕਿ ਕਿਰਤੀ ਲੱਭਿਆ ਨਹੀਂ ਲੱਭ ਰਹੇ। ਮਿਸੀਸਾਗਾ ਵਿਖੇ ਸ਼ੁੱਕਰਵਾਰ ਰਾਤ ਵਾਪਰੇ ਭਿਆਨਕ ਹਾਦਸੇ ਦੌਰਾਨ 2 ਜਾਣੇ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ 3 ਗੱਡੀਆਂ ਆਪਸ ਵਿੱਚ ਭਿੜ ਗਈਆਂ ਤੇ ਇਹਨਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਫਾਇਰ ਫਾਈਟਰਸ ਨੂੰ ਸੱਦਣਾ ਪਿਆ। ਫਾਇਰ ਫਾਈਟਰਸ ਦੀ ਮਦਦ ਨਾਲ ਬਾਹਰ ਕੱਢੇ ਗਏ ਲੋਕਾਂ ਨੂੰ ਪੀਲ ਪੈਰਾਮੈਡਿਕਸ ਵੱਲੋਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਹਾਦਸਾ ਮਿਸੀਸਾਗਾ ਦੇ ਕੋਥਰਾ ਰੋਡ ਅਤੇ ਕੁਈਨ ਐਲਿਜ਼ਾਬੈਥ ਵੇ ਇਲਾਕੇ ਵਿੱਚ ਵਾਪਰਿਆ। ਹਾਦਸੇ ਮਗਰੋਂ ਉੱਤਰ ਵੱਲ ਜਾ ਰਹੀ ਕੋਥਰਾ ਰੋਡ ਨੂੰ ਆਰਬਰ ਰੋਡ ਵਿਖੇ ਬੰਦ ਕਰ ਦਿੱਤਾ ਗਿਆ। ਦੂਜੇ ਪਾਸੇ ਦੱਖਣ ਵੱਲ ਜਾ ਰਹੀ ਕੋਥਰਾ ਰੋਡ ਨੂੰ ਸਾਊਥ ਸਰਵਿਸ ਰੋਡ ਤੇ ਬੰਦ ਕੀਤਾ ਗਿਆ। ਬ੍ਰਿਟੇਨ ਵਿੱਚ ਰੇਲ ਕਰਮਚਾਰੀਆਂ ਦੀ ਦੇਸ਼ ਵਿਆਪੀ ਹੜਤਾਲ ਦੇ ਤੀਸਰੇ ਦਿਨ ਸ਼ਨੀਵਾਰ ਨੂੰ ਰੇਲਵੇ ਸਟੇਸ਼ਨ ਸੁੰਨਸਾਨ ਰਹੇ ਅਤੇ ਲੱਖਾਂ ਲੋਕਾਂ ਦੀ ਹਫ਼ਤੇ ਦੇ ਅੰਤ ਦੀਆਂ ਯੋਜਨਾਵਾਂ ਤੇ ਪਾਣੀ ਫਿਰ ਗਿਆ। ट्रेन कंपनियां ने कहा कि लगभग 40,000 रेल कर्मचारी हड़ताल ते चले गए सन, जिस दे चलदे बहुत घट ट्रेनां दा संचालन किया जाएगा। इस नूं बीते 30 सालों में सब तो वड्डी रेल हड़ताल मन्निया जा रहा है। ना कर्मचारियों ने नौकरी तनख्वाह ते कामकाजी शर्तां नूं लैके विवाद दे चलदे मंगलवार ते वीरवार नूं 24 घंटे की हड़ताल की सी। कर्मचारी तनख्वाहां विच वाधे की मांग कर रहे हैं ते उन्हां दा कहना है कि 4 दहाके च सब तो ज्यादा महंगाई होण दे चलदे उन्हां लई खर्चा चलाउणा मुश्किल हो गया। इस दरमियान ट्रेन कंपनियां खर्चां च कटौती अते कर्मचारियों की गिणती घट करन ते जोर दे रही ने। ये कंपनियां 2 साल तो जारी महामारी दौरान एमरजेंसी सरकारी अनुदान ते खर्चे ते चल रही ने। रेल समुंदर अते आवाजाई यूनियन के जनरल सकत्तर मिक लिंच ने कहा कि रेलवे कर्मचारी अपनी मंगां तो पिछे नहीं हटणगे। इन्हां कर्मचारियों नूं कोरोना दौरान नायक कह के इन्हां दी प्रशंसा की गई सी। उन्हां स्काई न्यूज़ नूं कहा कि जेकर कोई समझौता नहीं होया तां असीं होर ज़्यादा सख्त कदम चुकांगे। पिछले 3 सालों तो भारतीय रेल गड्डी समझौता एक्सप्रैस पाकिस्तान के आखिरी रेलवे स्टेशन वाघा विखे खड़ी हुई है। ये भारतीय रेल गड्डी दोवें मुल्कों दीआं आपसी सियासी ते सरहदी तलखियां कारण 3 किलोमीटर तक का सफर तय करके भारतीय आखिरी रेलवे स्टेशन अटारी तक नहीं पहुंच सकी। दस दें कि भारत सरकार वालों कश्मीर चो धारा 370 हटाए जाने के बाद दोवां मुल्कां च सरहदी तनाव बनिया। इस तनाव के कारण पाकिस्तान तो परतन वाली समझौता एक्सप्रैस नूं पाकिस्तान वालों वाघा स्टेशन ते रोक दिता गया। पाकिस्तान और भारतीय रेलवे दरमियान हुए समझौते मुताबक हर साल 4 जून तो 4 दिसंबर तक भारतीय उत्तरी रेलवे जोन नाल संबंधित समझौता एक्सप्रैस के भारतीय डब्बे ते बाकी महीने पाकिस्तानी डब्बे यात्रियों को अटारी ते वाघा तो लियाउंदे ते छड्डदे सन। जदों पाकिस्तान वालों इस गड्डी ते रोक लगाई गई उदों सरहद पार वाघा तो यात्रियों को लियाउण दी भारी भारतीय रेल दी सी। उस समय भारतीय रेल यात्रियों को लैण लई पाकिस्तान जरूर गई पर अजे तक वापस नहीं आई। सूत्रों अनुसार पाकिस्तान वालों समझौता एक्सप्रैस नूं रद्द किए जाने के ऐलान तो बाद भारतीय रेलवे ने पाकिस्तान के वाघा रेलवे स्टेशन ते खड़े अपनी 10 रेल के डब्बे अजे तक वापस नहीं मंगवाए। रूसी मिसाइलों ने शनिवार नूं यूक्रेन ते बंबां दी वर्खा की। यूक्रेन के एक अधिकारी ने शनिवार नूं दस्सिया कि रूसी तोपखाने ते हवाई हमलिਆਂ ने शुक्रवार नूं पूर्वी लुहानस्क खेतर के
ਸਵਾਰੋਡੇਨੇਸਟਕ ਅਤੇ ਲੀਸੀਚਾਂਸਕ ਦੇ ਜੁੜਵੇਂ ਸ਼ਹਿਰਾਂ ਨੂੰ ਇੱਕ ਰਸਾਇਣਕ ਪਲਾਂਟ ਤੇ ਤਬਾਹ ਕਰ ਦਿੱਤਾ, ਜਿੱਥੇ ਸੈਂਕੜੇ ਨਾਗਰਿਕ ਫਸ ਗਏ ਸਨ। ਯੂਕਰੇਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਦੇ ਸੈਨਿਕਾਂ ਨੂੰ ਸਵੈਰੋਡੇਨੇਸਟਕ ਤੋਂ ਪਿੱਛੇ ਹਟਣ ਦਾ ਹੁਕਮ ਦਿੱਤਾ ਗਿਆ ਸੀ, ਕਿਉਂਕਿ ਹਫ਼ਤਿਆਂ ਦੀ ਤੀਬਰ ਲੜਾਈ ਤੋਂ ਬਾਅਦ ਬਚਾਅ ਲਈ ਬਹੁਤ ਘੱਟ ਸਮਾਂ ਸੀ। ਮਈ ਵਿੱਚ ਮਾਰੀਉਪੋਲ ਦੀ ਬੰਦਰਗਾਹ ਨੂੰ ਗੁਆਉਣ ਤੋਂ ਬਾਅਦ ਵਾਪਸੀ ਦੀ ਖਬਰ ਰੂਸ ਦੇ ਰਾਸ਼ਟਰਪਤੀ ਪੁਤਿਨ ਦੁਆਰਾ ਸਰਹੱਦ ਤੇ ਹਜ਼ਾਰਾਂ ਫੌਜਾਂ ਨੂੰ ਭੇਜਣ ਦੇ 4 ਮਹੀਨਿਆਂ ਬਾਅਦ ਆਈ ਇੱਕ ਸੰਘਰਸ਼ ਨੂੰ ਉਜਾਗਰ ਕਰਦਾ ਹੈ, ਜਿਸ ਨੇ ਹਜ਼ਾਰਾਂ ਲੋਕਾਂ ਨੂੰ ਮਾਰਿਆ, ਲੱਖਾਂ ਨੂੰ ਉਜਾੜ ਦਿੱਤਾ ਤੇ ਵਿਸ਼ਵ ਆਰਥਿਕਤਾ ਨੂੰ ਪਟੜੀ ਤੋਂ ਉਤਾਰ ਦਿੱਤਾ। ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਮਿਖਾਇਲੋ ਪੋਡੋਲਿਕ ਨੇ ਟਵਿੱਟਰ ਤੇ ਕਿਹਾ, ਰੂਸ ਅਜੇ ਵੀ ਯੂਕਰੇਨ ਨੂੰ ਡਰਾਉਣ, ਦਹਿਸ਼ਤ ਫੈਲਾਉਣ ਅਤੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ। ਰੂਸ ਅਤੇ ਯੂਕਰੇਨ ਵਿਚਾਲੇ ਜੰਗ 5ਵੇਂ ਮਹੀਨੇ ਵਿੱਚ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਯੂਕਰੇਨ ਨੇ ਰੂਸ ਦੇ ਇੱਕ Su-25 ਜਹਾਜ਼ ਨੂੰ ਗੋਲੀ ਮਾਰ ਦਿੱਤੀ। ਯੂਕਰੇਨ ਨੇ 에ਅਰ ਫੋਰਸ ਨੇ ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਵਾਯੂ ਸੈਨਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ 24 ਜੂਨ ਨੂੰ ਮਾਈਕਲਾਈਵ ਸਥਿਤ 79ਵੀਂ 에ਅਰ ਅਸਾਲਟ ਬ੍ਰਿਗੇਡ ਦੇ 에ਅਰ ਡਿਫੈਂਸ ਡਿਵੀਜ਼ਨ ਦੇ ਇੱਕ ਸਿਪਾਹੀ ਨੇ ਇੱਕ ਰੂਸੀ ਜਹਾਜ਼ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਪਹਿਲਾਂ 22 ਜੂਨ ਨੂੰ ਯੂਕਰੇਨ ਦੇ ਸੈਨਿਕਾਂ ਨੇ ਇੱਕ ਰੂਸੀ ਮਿਜ਼ਾਈਲ ਅਤੇ 2 ਡਰੋਨਾਂ ਨੂੰ ਡੇਗ ਦਿੱਤਾ। 4 ਮਹੀਨਿਆਂ ਤੋਂ ਵੱਧ ਸਮੇਂ ਤੋਂ ਜੰਗ ਨਾਲ ਜੂਝ ਰਹੇ ਯੂਕਰੇਨ ਦੀ ਮਦਦ ਲਈ ਕਈ ਦੇਸ਼ ਅਤੇ ਸੰਗਠਨ ਅੱਗੇ ਆ ਰਹੇ ਨੇ। ਯੂਰੋਪੀਅਨ ਕੌਂਸਲ ਨੇ ਯੂਕਰੇਨ ਦੀ ਮਦਦ ਲਈ 9 ਅਰਬ ਯੂਰੋ ਯਾਨੀ ਕਿ 578 ਅਰਬ 1020 ਮਿਲੀਅਨ ਰੁਪਏ ਮਨਜ਼ੂਰ ਕੀਤੇ ਨੇ। ਯੂਰੋਪੀਅਨ ਕੌਂਸਲ ਨੇ ਸੰਮੇਲਨ ਵਿੱਚ ਇਸ ਦਾ ਐਲਾਨ ਕੀਤਾ। ਪੋਲੈਂਡ ਦੇ ਪ੍ਰਧਾਨ ਮੰਤਰੀ ਮਾਟਿਊਸ ਮੋਰਾਵੀਕੀ ਨੇ ਸੰਮੇਲਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਅਸੀਂ ਯੂਕਰੇਨ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ। ਉਹ ਮਹੀਨਿਆਂ ਤੋਂ ਜੰਗ ਤੋਂ ਪ੍ਰਭਾਵਿਤ ਹੈ। ਉਸ ਨੂੰ ਡਾਕਟਰਾਂ, ਅਧਿਆਪਕਾਂ, ਪੁਲਿਸ ਸਿਪਾਹੀਆਂ ਨੂੰ ਤਨਖਾਹ ਦੇਣ ਵਿੱਚ ਮੁਸ਼ਕਿਲ ਆ ਰਹੀ ਹੈ। ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸੀ ਸੈਨਿਕ ਲੋਹਾਨਸਕ ਦੇ ਨੇੜੇ ਯੂਕਰੇਨੀ ਬਲਾਂ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਸਨ। ਰੂਸ ਨੇ ਖੇਤਰ ਵਿੱਚ ਹਵਾਈ ਹਮਲੇ ਤੇਜ਼ ਕਰ ਦਿੱਤੇ। ਇਸ ਕਾਰਨ ਕਈ ਬਸਤੀਆਂ ਤਬਾਹ ਹੋ ਗਈਆਂ ਤੇ ਕਈ ਲੋਕ ਮਾਰੇ ਗਏ। ਪਾਕਿਸਤਾਨ ਦੀ ਜੇਲ੍ਹ ਵਿੱਚ ਜਾਨ ਗਵਾਉਣ ਵਾਲੇ ਸਰਬਜੀਤ ਸਿੰਘ ਦੀ ਭੈਣ ਦਲਵੀਰ ਕੌਰ ਦਾ ਦੇਹਾਂਤ ਹੋ ਗਿਆ। ਦਲਵੀਰ ਕੌਰ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਉਹ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ। ਦਲਵੀਰ ਕੌਰ ਤੇ ਇੱਕ ਫਿਲਮ ਵੀ ਬਣੀ ਸੀ, ਜਿਸ ਵਿੱਚ ਦਲਵੀਰ ਕੌਰ ਦੀ ਭੂਮਿਕਾ ਐਸ਼ਵਰਿਆ ਰਾਏ ਨੇ ਨਿਭਾਈ ਸੀ। ਦਲਵੀਰ ਕੌਰ ਦਾ ਅੰਤਿਮ ਸੰਸਕਾਰ ਦੁਪਹਿਰ 1 ਵਜੇ ਭਿੱਖੀ ਪਿੰਡ ਤਰਨਤਾਰਨ ਵਿਖੇ ਹੋਇਆ। ਦੱਸਣਯੋਗ ਹੈ ਕਿ ਸਰਬਜੀਤ ਸਿੰਘ ਨੂੰ ਸਾਲ 1991 ਵਿੱਚ ਪਾਕਿਸਤਾਨ ਦੀ ਇੱਕ ਅਦਾਲਤ ਨੇ ਜਸੂਸੀ ਲਈ ਮੌਤ ਦੀ ਸਜ਼ਾ ਸੁਣਾਈ ਸੀ ਅਤੇ ਸਾਲ 2013 ਵਿੱਚ ਉਸ ਦੀ ਮੌਤ ਹੋ ਗਈ ਸੀ। ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਭਾਰਤ ਨਾਲ ਨਤੀਜਾ ਮੁਖੀ ਗੱਲਬਾਤ ਕਰਨ ਦੀ ਆਪਣੀ ਇੱਛਾ ਜ਼ਾਹਿਰ ਕੀਤੀ ਹੈ ਤੇ ਇਸ ਦੇ ਨਾਲ ਹੀ ਕਿਹਾ ਕਿ ਫਿਲਹਾਲ ਸਥਿਤੀ ਇਸ ਸਮੇਂ ਅਨੁਕੂਲ ਨਹੀਂ ਹੈ। ਵਿਦੇਸ਼ ਦਫ਼ਤਰ ਦੇ ਬੁਲਾਰੇ ਅਸੀਮ ਇਫਤਿਖਾਰ ਅਹਿਮਦ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਤਾਜ਼ਾ ਟਿੱਪਣੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ, ਅਸੀਂ ਆਮ ਸੰਬੰਧ ਚਾਹੁੰਦੇ ਹਾਂ ਪਰ ਅੱਤਵਾਦ ਲਈ ਸਹਿਣਸ਼ੀਲਤਾ ਬਹੁਤ ਘੱਟ ਹੈ। ਬੁਲਾਰੇ ਆਸਿਮ ਨੇ ਕਿਹਾ ਕਿ ਸਾਡੇ ਵਿਰੋਧੀ ਦੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਜੰਗ ਨਹੀਂ ਹੋ ਸਕਦੀ। ਅਸੀਂ ਫੈਸਲਾ ਕਰਾਂਗੇ ਕਿ ਕਦੋਂ, ਕਿਸ ਨਾਲ ਅਤੇ ਕਿਸ ਸ਼ਰਤਾਂ ਤੇ ਗੱਲਬਾਤ ਕਰਨੀ ਹੈ। ਬੁਲਾਰੇ ਨੇ ਕਿਹਾ ਕਿ ਭਾਰਤ ਸਮੇਤ ਗੁਆਂਢੀ ਦੇਸ਼ਾਂ ਨਾਲ ਦੋਸਤਾਨਾ ਸੰਬੰਧ ਬਣਾਈ ਰੱਖਣਾ ਅਤੇ ਨਤੀਜਾ ਮੁਖੀ ਅਤੇ ਫਲਦਾਇਕ ਗੱਲਬਾਤ ਜ਼ਰੀਏ ਸਾਰੇ ਮੁੱਦਿਆਂ ਨੂੰ ਹੱਲ ਕਰਨਾ ਪਾਕਿਸਤਾਨ ਦਾ ਅਧਿਕਾਰਤ ਰੁਖ ਹੈ, ਜੋ ਖਾਸ ਤੌਰ ਤੇ ਜੰਮੂ ਕਸ਼ਮੀਰ ਵਿਵਾਦ ਵਰਗੇ ਮੁੱਦਿਆਂ ਤੇ ਤਰੱਕੀ ਕਰ ਸਕਦਾ ਹੈ। ਭਾਰਤ ਨੂੰ 2036 ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲ ਸਕਦਾ ਹੈ। ਰੂਸ ਨੇ ਕਿਹਾ ਕਿ 2036 ਵਿੱਚ ਓਲੰਪਿਕ ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕਰਨ ਵਿੱਚ ਉਹ ਭਾਰਤ ਦੀ ਮਦਦ ਕਰੇਗਾ। ਜੇਕਰ ਭਾਰਤ ਨੂੰ 2036 ਓਲੰਪਿਕ ਦੀ ਮੇਜ਼ਬਾਨੀ ਦਾ ਮੌਕਾ ਮਿਲਦਾ ਹੈ ਤਾਂ ਪਹਿਲੀ ਵਾਰ ਓਲੰਪਿਕ ਖੇਡਾਂ ਦਾ ਆਯੋਜਨ ਭਾਰਤ ਵਿੱਚ ਹੋਏਗਾ। ਯੂਕਰੇਨ ਤੇ ਹਮਲੇ ਤੋਂ ਬਾਅਦ ਰੂਸ ਨੂੰ ਕੌਮਾਂਤਰੀ ਤੌਰ ਤੇ ਖੇਡ ਜਗਤ ਤੋਂ ਅਣਗੌਲਿਆ ਕੀਤਾ ਗਿਆ। ਅਜਿਹੇ ਵਿੱਚ ਰੂਸ ਭਾਰਤ ਦੀ ਮਦਦ ਲਈ ਤਿਆਰ ਹੈ। ਹਾਲਾਂਕਿ ਕੌਮਾਂਤਰੀ ਓਲੰਪਿਕ ਕਮੇਟੀ ਹੀ ਇਸ ਬਾਰੇ ਆਖਰੀ ਫੈਸਲਾ ਲਏਗੀ ਕਿ 2036 ਓਲੰਪਿਕ ਦੀ ਮੇਜ਼ਬਾਨੀ ਕਿਸ ਨੂੰ ਦਿੱਤੀ ਜਾਏਗੀ। ਹਾਲਾਂਕਿ ਇਸ ਬਾਰੇ ਕੋਈ ਠੋਸ ਅਧਿਕਾਰਤ ਕਦਮ ਨਹੀਂ ਚੁੱਕੇ ਗਏ। ਭਾਰਤ ਨੇ ਅਹਿਮਦਾਬਾਦ ਵਿੱਚ 2036 ਖੇਡਾਂ ਦੀ ਮੇਜ਼ਬਾਨੀ ਦੇ ਲਈ ਬਾਰ-ਬਾਰ ਆਪਣੀ ਇੱਛਾ ਜਤਾਈ ਹੈ। ਪਿਛਲੇ ਸਾਲ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਬਤਰਾ ਨੇ ਇੱਕ ਵਿਲੱਖਣ ਬੋਲੀ ਦਾ ਪ੍ਰਸਤਾਵ ਰੱਖਿਆ ਸੀ, ਜਿਸ ਵਿੱਚ ਅਹਿਮਦਾਬਾਦ ਨੂੰ ਕੇਂਦਰ ਵਿੱਚ ਰੱਖ ਕੇ ਆਸ-ਪਾਸ ਸ਼ਹਿਰਾਂ ਵਿੱਚ ਓਲੰਪਿਕ ਦੇ ਆਯੋਜਨ ਦੀ ਗੱਲ ਕਹੀ ਸੀ। 2 ਮਹੀਨੇ ਪਹਿਲਾਂ ਗੁਜਰਾਤ ਦੇ ਬੁਲਾਰੇ ਕਮਲ ਤ੍ਰਿਵੇਦੀ ਨੇ ਗੁਜਰਾਤ ਹਾਈ ਕੋਰਟ ਨੂੰ ਦੱਸਿਆ ਕਿ ਅਸੀਂ 2036 ਦੇ ਓਲੰਪਿਕ ਦੀ ਤਿਆਰੀ ਕਰ ਰਹੇ ਨੇ ਅਤੇ 2025 ਵਿੱਚ ਓਲੰਪਿਕ ਕਮੇਟੀ ਇੱਥੇ ਦਾ ਦੌਰਾ ਕਰੇਗੀ। ਨਰਿੰਦਰ ਮੋਦੀ ਸਟੇਡੀਅਮ ਦੇ ਉਦਘਾਟਨ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਸੀ ਕਿ ਹੁਣ ਅਸੀਂ ਓਲੰਪਿਕ ਦੀ ਮੇਜ਼ਬਾਨੀ ਕਰਨ ਦੇ ਸਮਰੱਥ ਹਾਂ। यूके ਵਿੱਚ ਬਾਇਓਮੈਡੀਕਲ ਦੀ ਪੜ੍ਹਾਈ ਕਰ ਰਹੀ ਖੁਸ਼ੀ ਪਟੇਲ ਨੇ ਮਿਸ ਇੰਡੀਆ ਵਰਲਡ ਵਾਈਡ 2022 ਦਾ ਖਿਤਾਬ ਆਪਣੇ ਨਾਮ ਕਰ ਲਿਆ। ਸ਼ੁੱਕਰਵਾਰ 24 ਜੂਨ ਨੂੰ ਇਹ ਉਸਨੇ ਉਪਲਬਧੀ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਮਿਸ ਇੰਡੀਆ ਵਰਲਡ ਵਾਈਡ ਵਿਦੇਸ਼ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲਾ ਭਾਰਤੀ ਮੁਕਾਬਲਾ ਹੈ। ਖੁਸ਼ੀ ਮੂਲ ਰੂਪ ਨਾਲ ਗੁਜਰਾਤ ਦੀ ਰਹਿਣ ਵਾਲੀ ਹੈ। ਇਸ ਮੁਕਾਬਲੇ ਵਿੱਚ ਅਮਰੀਕਾ ਦੀ ਵੈਦੇਹੀ ਡੋਂਗਰੇ ਨੂੰ ਫਸਟ ਰਨਰ ਅਪ ਤੇ ਸ਼੍ਰੁਤਿਕਾ ਮਾਨੇ ਨੇ ਸੈਕੰਡ ਰਨਰ ਅਪ ਦਾ ਸਥਾਨ ਹਾਸਲ ਕੀਤਾ।
ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੀਆਂ ਚੋਟੀ ਦੀਆਂ 12 ਮੁਟਿਆਰਾਂ ਵੱਖ-ਵੱਖ ਮੁਕਾਬਲਿਆਂ ਦੀਆਂ ਜੇਤੂ ਸਨ। ਖੁਸ਼ੀ ਨੇ ਕਿਹਾ ਕਿ ਉਹ ਇਹ ਮੁਕਾਬਲਾ ਜਿੱਤ ਕੇ ਬੇहद ਖੁਸ਼ ਹੈ। ਆਉਣ ਵਾਲੇ ਸਾਲਾਂ 'ਚ ਕਈ ਚੈਰਿਟੀ ਪ੍ਰੋਗਰਾਮ ਕਰਨ ਤੇ ਤੀਸਰੀ ਦੁਨੀਆ ਦੇ ਦੇਸ਼ਾਂ ਦੀ ਮਦਦ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਵਿੱਚ ਗਰੀਬ ਦੇਸ਼ ਸ਼ਾਮਲ ਨੇ। ਇੰਡੀਆ ਫੈਸਟੀਵਲ ਕਮੇਟੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਗਵਾਨਾ ਦੀ ਰੋਸ਼ਨੀ ਰਜ਼ਾਕ ਨੂੰ ਮਿਸ ਟੀਨ ਇੰਡੀਆ ਵਰਲਡ ਵਾਈਡ 2022 ਐਲਾਨਿਆ ਗਿਆ। US ਦੀਆਂ ਨਵੀਆਂ ਪਿੰਗੋਲ ਫਸਟ ਰਨਰ ਅਪ ਰਹੀ, ਜਦੋਂ ਕਿ ਸੁਰੀਨਾਮ ਦੀ ਚਿਕਵਿਤਾ ਮਲਾਹਾ ਸੈਕਿੰਡ ਰਨਰ ਅਪ ਰਹੀ। ਇਸ ਮੁਕਾਬਲੇ ਦਾ ਆਯੋਜਨ 3 ਸਾਲਾਂ ਦੇ ਅੰਤਰਾਲ ਬਾਅਦ ਕੀਤਾ ਗਿਆ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮਿਲੀ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ੍ਰੀ ਅਕਾਲ।